ਕਾਲੇ ਕਾਨੂੰਨਾਂ ਨੂੰ ਲੈ ਕੇ ਦੇਸ਼ ਦਾ ਅੰਦਾਤਾ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਦਿੱਲੀ ਦੇ ਬਾਰਡਰਾਂ ਤੇ ਬੈਠਾ ਹੋਇਆ ਹੈ, ਚਾਹੇ ਉਹ ਸਿੰਘੂ ਬਾਰਡਰ ਹੋਵੇ, ਚਾਹੇ ਟਿੱਕਰੀ ਬਾਰਡਰ ਹੋਵੇ, ਚਾਹੇ ਹੋਵੇ ਗਾਜੀਪੁਰ ਬਾਰਡਰ। ਸਾਡੇ ਨਾਲ ਪ੍ਰਗਟ ਸਿੰਘ ਨੇ, ਕਿਸਾਨ ਆਗੂ ਸਾਡੇ ਨਾਲ ਨੇ, ਅਸੀਂ ਗੱਲਬਾਤ ਕਰਾਂਗੇ। ਪ੍ਰਗਟ ਸਿੰਘ ਜੀ, ਜਿਹੜੀ ਟਰੈਕਟਰ ਰੈਲੀ ਅੱਜ ਕੱਢੀ ਜਾਣੀ ਸੀ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ, ਕਿਉਂਕਿ ਮੌਸਮ ਖਰਾਬ ਹੈ, ਮੀਂਹ ਲਗਾਤਾਰ ਪੈ ਰਿਹਾ ਹੈ। बिल्कुल जी, मैं ਤੁਹਾਨੂੰ ਦੱਸਣਾ ਚਾਹੁੰਦਾ ਸਾਡੀਆਂ 31 ਜਥੇਬੰਦੀਆਂ ਦੀ ਜਿਸ ਦਿਨ ਮੀਟਿੰਗ ਹੋਈ ਸੀ 30 ਤਰੀਕ ਨੂੰ, ਉਸ ਦਿਨ ਅਸੀਂ ਰਾਤ ਪੋਸਟਪੋਨ ਕਰਤੀ ਸੀ ਉਹ ਸਾਡੀ ਸੀਓ ਪ੍ਰੋਗਰਾਮ ਬਾਰਡਰ ਟੂ ਬਾਰਡਰ ਟਰੈਕਟਰ ਰੈਲੀ। ਇਸ ਕਰਕੇ ਅਸੀਂ 4 ਤਰੀਕ ਦੀ ਸਰਕਾਰ ਨੇ ਫਿਰ ਸਾਡੇ ਨਾਲ ਮੀਟਿੰਗ ਰੱਖ ਲਈ ਆ। 4 ਤਰੀਕ ਨੂੰ ਅਸੀਂ ਦੇਖਾਂਗੇ ਵੀ ਅੱਗੇ ਕਿਹੋ ਜਿਹਾ ਹਾਲਾਤ ਸਰਕਾਰ ਸਾਡੇ ਨਾਲ ਕਰਦੀ ਆ। ਉਹ ਜਿਹੋ ਜਿਹਾ ਵਤੀਰਾ ਉਹ ਕਰਨਗੇ। ਅਸੀਂ 6 ਤਰੀਕ ਦੀ ਰੱਖ ਦਿੱਤੀ ਹੈ ਬਾਰਡਰ ਟੂ ਬਾਰਡਰ। ਦੂਸਰਾ ਮੈਂ ਦੱਸਣਾ ਚਾਹੁੰਦਾ, ਸਾਨੂੰ ਸਵਾ ਮਹੀਨਾ ਹੋ ਗਿਆ ਜੀ ਇੱਥੇ ਟਿੱਕਰੀ ਬਾਰਡਰ ਤੇ ਟਿਕਿਆ ਹੋਇਆ ਨੂੰ। ਇਸ ਕਰਕੇ ਅੱਜ ਬਾਰਿਸ਼ ਦਾ ਜਿਹੜਾ 3 ਦਿਨ ਦਾ ਰੈੱਡ ਅਲਰਟ ਮੌਸਮ ਵਿਭਾਗ ਨੇ ਜਾਰੀ ਕੀਤਾ। ਤੁਸੀਂ ਦੇਖ ਰਹੇ ਹੋ ਹੁਣ ਵੀ ਕਣੀਆਂ ਮੀਂਹ ਪੈ ਰਿਹਾ, ਮਾੜਾ ਮੋਟਾ ਰਾਤ ਦਾ ਪੈ ਰਿਹਾ ਜੀ। ਪਰ ਸਾਡੇ ਸਬਰ ਦਾ ਇਮਤਿਹਾਨ ਜਿਹੜਾ ਸਰਕਾਰ ਮੋਦੀ ਗਵਰਨਮੈਂਟ ਲੈ ਰਹੀ ਹੈ, ਇੰਦਰ ਦੇਵਤਾ ਵੀ ਅੱਜ ਸਾਡੇ ਮੈਂ ਸਮਝਣਾ ਸਬਰ ਦਾ ਇਮਤਿਹਾਨ ਲੈ ਰਿਹਾ। ਕਿਉਂਕਿ ਜਦੋਂ 25 ਤਰੀਕ ਤੋਂ ਤੁਰੇ ਸਾਂ ਪੰਜਾਬ 'ਚ, ਉਸ ਦਿਨ ਵੀ ਬਾਰਿਸ਼ ਹੋਈ ਸੀ। ਇਸ ਕਰਕੇ ਪੁਰਾਣੀ ਵਾਹ ਜੀ ਸਾਡੀ ਇਹਨਾਂ ਪਾਣੀਆਂ ਦੇ ਨਾਲ। ਮੈਂ ਯਾਦ ਕਰਾਉਣੀ ਚਾਹੁੰਦਾ, ਇਹੋ ਮਹੀਨਾ ਸੀ, ਇਹੋ ਹੀ ਦਿਨ ਸੀ, ਲਗਭਗ ਇਹੋ ਦਿਨ ਸੀ ਪੋਹ ਦੇ ਮਹੀਨੇ। ਮੇਰੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਸਰਸਾ ਨਦੀ ਜਿਹੜੀ ਉਹ ਅਫਾਨ ਤੇ ਸੀ। ਇਸ ਕਰਕੇ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਵੀ 3 ਭਾਗਾਂ 'ਚ ਉਸ ਟਾਈਮ ਵੰਡਿਆ ਗਿਆ ਸੀ। ਬੜੀਆਂ ਵੱਡੀਆਂ ਪਰਖਾਂ ਸਾਡੀਆਂ ਪਾਣੀ ਦੇ ਨਾਲ ਬੜੀਆਂ ਵੱਡੀਆਂ ਪੁਰਾਣੀਆਂ ਸਾਂਝਾਂ ਨੇ। ਕੋਈ ਗੱਲ ਨਹੀਂ, ਜੇ ਇੰਦਰ ਦੇਵਤਾ ਅੱਜ ਦਿਆਲ ਹੋਇਆ ਹੈ, ਮੀਂਹ ਪਾ ਰਿਹਾ ਹੈ, ਤੇ ਜੇ ਪੰਜਾਬ ਦੇ ਵਿੱਚ ਫਸਲਾਂ ਨੂੰ ਵੀ ਸਾਡੇ ਲੋੜ ਆ, ਜੇ ਸਾਨੂੰ ਇੱਥੇ ਸਰੀਰਕ ਤੌਰ ਤੇ ਕਸ਼ਟ ਝੱਲਣੇ ਪੈਣਗੇ ਤੇ ਹੱਸ ਕੇ ਚੱਲਾਂਗੇ। ਕਿਉਂਕਿ ਕੁਦਰਤ ਆਂਦੀ ਨਾ, ਦੁੱਖ ਸੁੱਖ ਹੁੰਦੇ ਦੋਵੇਂ ਕੱਪੜੇ ਸਰੀਰ ਦੇ। ਦੁੱਖ ਸੁੱਖ ਤਾਂ ਕੱਪੜੇ ਸਰੀਰ ਦੇ, ਕੋਈ ਗੱਲ ਨਹੀਂ ਜੀ, ਚੜ੍ਹਦੀਆਂ ਕਲਾਂ ਵਿੱਚ ਆ, ਸਾਹਮਣਾ ਕਰਾਂਗੇ। ਲੋਕ ਗੁਰੂ ਸਾਹਿਬ ਦੀ ਬਹੁਤ ਕਿਰਪਾ ਜੀ, ਗੁਰੂ ਨਾਨਕ ਸਾਹਿਬ ਤੋਂ ਵਰਸਾਏ ਹੋਏ ਲੰਗਰਾਂ ਦੀ ਹਰ ਪ੍ਰਕਾਰ ਦਾ ਲੰਗਰ ਇੱਥੇ ਪਹੁੰਚ ਰਿਹਾ। ਤਰਪਾਈਲਾਂ ਦਾ ਲੰਗਰ ਪਹੁੰਚ ਰਿਹਾ, ਤੰਬੂਆਂ ਦਾ ਲੰਗਰ ਪਹੁੰਚ ਰਿਹਾ, ਹਰ ਚੀਜ਼ ਗੁਰੂ ਸਾਹਿਬ ਨੇ ਕਿਰਪਾ ਕੀਤੀ। ਅਸੀਂ ਮੌਸਮ ਦਾ ਡਟ ਕੇ ਮੁਕਾਬਲਾ ਕਰਾਂਗੇ। ਔਰ ਅੱਗੇ ਦੀ ਰਣਨੀਤੀ ਤੁਹਾਨੂੰ ਦੱਸ ਰਿਹਾ, 11 ਆਦਮੀ ਅਸੀਂ ਜਿਹੜੇ ਦੇ ਰਹੇ ਹਾਂ ਅਨਸ਼ਨ ਵਾਸਤੇ, 24 ਘੰਟੇ ਦੀ ਭੁੱਖ ਹੜਤਾਲ ਵਾਸਤੇ। ਉਹ ਅਸੀਂ 11 ਵਜੇ ਹੁਣ ਉਹ 11 ਬੰਦੇ ਠਾ ਦਿੱਤੇ ਆ ਤੇ 11 ਬੰਦੇ ਅਸੀਂ ਨਵੇਂ ਬਿਠਾਤੇ ਕੰਟੀਨਿਊ। ਜਿੰਨਾ ਚਿਰ ਸਾਨੂੰ ਚੱਲੇਗਾ ਸਾਡਾ ਅਨਸ਼ਨ, ਇਹ ਸਾਨੂੰ ਗਾਈਡਲਾਈਨ ਆਉਣਗੀਆਂ 30 ਜਥੇਬੰਦੀਆਂ ਦੀਆਂ, ਉਹਨਾਂ ਚਿਰ ਸਾਡਾ ਅਨਸ਼ਨ ਵੀ ਜਾਰੀ ਰਹੇਗਾ। ਦੂਜੀ ਰਣਨੀਤੀ ਜਿਹੜੀ ਉਹ ਅਸੀਂ ਤਿੱਖਾ ਕਰਾਂਗੇ, ਕਿਉਂਕਿ ਸਰਕਾਰ ਦਾ ਨਰਮ ਰੁਖ ਠੀਕ ਦਿਸ ਰਿਹਾ ਲੋਕਾਂ ਨੂੰ, ਪਰ ਸਾਡੇ ਹਿਸਾਬ ਦੇ ਨਾਲ ਨਹੀਂ ਨਰਮ ਰੁਖ। ਕਿਉਂਕਿ ਸਰਕਾਰ ਨੇ ਜਿਨ੍ਹਾਂ ਤੇ ਬੁਨਿਆਦ ਰੱਖੀ ਗਈ ਆਰਡੀਨੈਂਸਾਂ ਦੀ, ਕਿਉਂਕਿ 3 ਆਰਡੀਨੈਂਸ ਜਿਹੜੇ ਕਾਨੂੰਨ ਦੀ ਸ਼ਕਲ ਲੈ ਚੁੱਕੇ ਆ, ਔਰ 2 ਆਰਡੀਨੈਂਸ ਤਾਂ ਇਹਨਾਂ ਦੇ ਬਸਤੇ ਦੇ ਵਿੱਚ ਨਾ, ਜੇ ਆਰਡੀਨੈਂਸ ਆ ਕਾਨੂੰਨ ਨਹੀਂ ਉਹਨਾਂ ਨੇ ਲਿਆ, ਸ਼ਕਲ ਨਹੀਂ ਲਈ, ਜਿਵੇਂ ਪੋਲੂਸ਼ਨ ਵਾਲਾ ਹੈ ਜਾਂ ਬਿਜਲੀ ਦਾ 2020 ਬਿੱਲ ਹੈ, ਉਹ ਇਹਨਾਂ ਦੇ ਬਸਤੇ ਦੇ ਵਿੱਚ ਉਹ ਜਦੋਂ ਮਰਜ਼ੀ ਬੰਦ ਕਰ ਦੇਣ। ਕਿਉਂਕਿ ਸਰਕਾਰ ਉੱਥੋਂ ਸ਼ੁਰੂ ਹੋਈ ਹੈ, ਉੱਥੋਂ ਨਹੀਂ ਸ਼ੁਰੂ ਹੋਏ ਵੀ ਜਿਹੜਾ 3 ਕਾਲੇ ਕਾਨੂੰਨ ਉਹਨਾਂ ਤੋਂ ਨਹੀਂ ਸ਼ੁਰੂ ਹੋਏ। ਕਿਉਂਕਿ ਜਿਹੜੇ ਕਿਸਾਨ ਮਾਰੂ, ਦੇਸ਼ ਮਾਰੂ, ਪੂਰੇ ਹਿੰਦੁਸਤਾਨ ਦੇ ਕਿਸਾਨ ਮਾਰੂ ਜਿਹੜੇ 3 ਬਿੱਲ ਨੇ, ਉਹਨਾਂ ਨੂੰ ਨਹੀਂ ਨਾ ਛੋਇਆ। ਪਰ ਦੁਨੀਆ ਕਹਿੰਦੇ ਆਸ ਤੇ ਜਿਉਂਦੀ, ਆਸ ਤੇ ਖੜੀ ਏ। ਜੇ ਸਰਕਾਰ ਨੇ ਕੋਈ ਨਰਮ ਰੁਖ ਅਪਣਾਇਆ ਤੇ ਅਸੀਂ ਸਵਾਗਤ ਕਰਦੇ ਹਾਂ। ਟੇਬਲ ਟਾਕ ਤੋਂ ਨਹੀਂ ਭੱਜਾਂਗੇ, ਸਾਡੇ ਆਗੂ ਸਾਹਿਬਾਨ ਫੁੱਲ ਤਿਆਰੀ 'ਚ ਜਾਣਗੇ। ਅਸੀਂ ਜਿਹੜੇ ਰਹਿੰਦੇ ਪਹਿਲੂ ਜਿਨ੍ਹਾਂ ਨੂੰ ਨਹੀਂ ਟੱਚ ਵੀ ਕੀਤਾ, ਉਹਨਾਂ ਨੂੰ ਵੀ ਟੱਚ ਕਰਨਗੇ। ਸਾਡੇ ਟੇਬਲ ਟਾਕ ਤੇ ਅਸੀਂ ਮੈਂ ਵਿਸ਼ਵਾਸ ਦਿਵਾਉਣਾ ਤੁਹਾਡੇ ਮਾਧਿਅਮ ਰਾਹੀਂ ਅਸੀਂ ਪਿੱਠ ਲਾ ਕੇ ਆਵਾਂਗੇ ਇਹਨਾਂ ਦੀ, ਔਰ ਦੁਨੀਆ ਦੇ ਸਾਹਮਣੇ ਸਾਬਤ ਕਰ ਦਿਆਂਗੇ ਵੀ ਇਹ ਕਾਨੂੰਨ ਗਲਤ ਸੀ। ਕਿਸਾਨ ਬੇਵਜ੍ਹਾ ਨਹੀਂ ਸੀ ਆਣ ਕੇ ਦਿੱਲੀ ਦੇ ਬਾਰਡਰ ਤੇ ਬੈਠੇ। ਬਿਲਕੁਲ ਅਸੀਂ ਸੱਚੇ ਸਾਂ, ਸੱਚਾਈ ਦੀ ਬੁਨਿਆਦ ਤੇ ਇਹ ਐਜੀਟੇਸ਼ਨ ਦਾ ਜਿਹੜਾ ਅਸੀਂ ਨੀਂਹ ਰੱਖੀ ਸੀ। ਸੱਚਾਈ ਸੱਚੇ ਕਰਕੇ ਜਿੱਤ ਕੇ ਜਾਵਾਂਗੇ। ਇਸ ਕਰਕੇ ਵਾਹਿਗੁਰੂ ਦੇ ਭਾਣੇ ਦੇ ਵਿੱਚ ਜਿਹੜੀ ਵੀ ਰਾਤ ਲੰਘੀ ਉਹ ਠੀਕ ਲੰਘੀ ਏ। ਜਿਹੜੇ 24 ਘੰਟੇ ਆਉਣਗੇ ਮੇਰੇ ਪਾਤਸ਼ਾਹ ਦੀ ਰਜ਼ਾ ਦੇ ਵਿੱਚ ਖੁਸ਼ੀ ਨਾਲ ਬਿਤਾਵਾਂਗੇ ਜੀ। ਪ੍ਰਗਟ ਜੀ, 2020 ਦੇ ਵਿੱਚ ਕੀ ਖੱਟਿਆ ਤੇ 2021 ਵਿੱਚ ਹੁਣ ਤੁਹਾਨੂੰ ਕੀ ਉਮੀਦਾਂ ਨੇ? ਭਾਜੀ ਮੈਂ ਦੱਸਣਾ ਚਾਹੁੰਦਾ, ਜਿਹੜਾ 2020 ਸੀ ਉਹ ਕਿਸਾਨਾਂ ਵਾਸਤੇ ਤੇ ਮੈਂ ਸਮਝਣਾ ਮੌਤ ਦੇ ਵਾਰੰਟਾਂ ਤੋਂ ਕੋਈ ਘੱਟ ਨਹੀਂ ਸੀ। ਕਿਉਂਕਿ 5 ਜੂਨ ਇਹਨਾਂ ਆਰਡੀਨੈਂਸ ਜਦੋਂ ਜਾਰੀ ਕੀਤਾ, 5 ਜੂਨ ਨੂੰ ਇਹਨਾਂ ਨੇ ਜਾਰੀ ਕੀਤਾ, ਉਸ ਦਿਨ ਤੋਂ ਇਹ ਸਾਡੀਆਂ ਜਥੇਬੰਦੀਆਂ ਨੇ ਪ੍ਰਤੀਕਰਮ ਦਿੱਤੇ ਸੀ। ਇਸ ਕਰਕੇ ਵੱਡੇ ਪ੍ਰੋਗਰਾਮ ਅਸੀਂ ਲਿਖੇ ਸੀ ਪੰਜਾਬ ਦੇ ਵਿੱਚ। ਤੁਸੀਂ ਯਾਦ ਕਰ ਲਓ, ਜ਼ਿਲ੍ਹੇ ਰੇਲਵੇ ਟਰੈਕ ਜਾਮ ਕੀਤੇ, ਟੂਲ ਪਲਾਜ਼ੇ ਜਾਮ ਕੀਤੇ। ਅਸੀਂ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਲੜਾਈ ਲੜਦੇ ਔਰ ਐਲਾਨੀਆ ਤੌਰ ਤੇ ਅਸੀਂ ਦਿੱਲੀ ਨੂੰ ਰੁਕ ਕੀਤਾ। ਔਰ ਦਿੱਲੀ ਨੂੰ ਅਸੀਂ 26 ਤੇ 27 ਤਰੀਕ ਦਾ ਐਲਾਨੀਆ ਤੌਰ ਤੇ ਪ੍ਰੋਗਰਾਮ ਦਿੱਤਾ। ਅਫਸੋਸ ਵਾਲੀ ਗੱਲ ਏ, ਸਾਨੂੰ ਸਰਕਾਰ ਸੈਂਟਰ ਗਵਰਨਮੈਂਟ ਨੇ ਮਨਜ਼ੂਰੀ ਦੇ ਦਿੱਤੀ। ਮਨਜ਼ੂਰੀ ਦੇ ਕੇ ਸਾਨੂੰ ਰਾਮਲੀਲਾ ਗਰਾਊਂਡ ਦੇ ਵਿੱਚ ਐਜੀਟੇਸ਼ਨ ਕਰਨ ਦਾ ਅਧਿਕਾਰ ਹੈ। ਕਿਉਂਕਿ ਜਨਮ ਸਿੱਧ ਅਧਿਕਾਰ ਹੁੰਦਾ ਬੰਦਿਆਂ ਦਾ, ਕਿ ਕਿਉਂਕਿ ਹਰ ਜਥੇਬੰਦੀ ਦਾ ਸਟੇਟ ਜਿਹੜੀ ਹੈ ਉਹ ਭਾਗੀਦਾਰ ਹੁੰਦੀ ਦੇਸ਼ ਦੀ ਉન્નਤੀ ਵਾਸਤੇ। ਸਾਨੂੰ ਇਹਨਾਂ ਦੇ ਕੇ ਮਨਜ਼ੂਰੀ ਫਿਰ ਵਾਪਸ ਲੈ ਲਈ। ਅਸੀਂ ਐਲਾਨੀਆ ਤੌਰ ਤੇ ਅਸੀਂ ਪੰਜਾਬ 'ਚੋਂ ਮੂਵ ਕੀਤਾ। ਜਿਹੜੀਆਂ ਰਸਤੇ ਦੇ ਵਿੱਚ ਕਠਿਨਾਈਆਂ ਆਈਆਂ ਮੈਂ ਬਿਆਨ ਨਹੀਂ ਕਰ ਸਕਦਾ, ਕਿਉਂਕਿ ਮੋਦੀ ਗਵਰਨਮੈਂਟ ਦੀ ਭਾਈਵਾਲ ਖੱਟੜ ਸਰਕਾਰ
ਉਹਨਾਂ ਨੇ ਜਿਹੜੇ ਜ਼ੁਲਮ ਸਾਡੇ ਤੇ ਢਾਏ, ਅਸੀਂ ਜਿਹੜੇ ਰਾਹ ਤੋਂ ਵੀ ਬੈਰੀਗੇਡ ਤੋੜ ਕੇ ਲੰਘਦੇ ਰਹੇ ਹਾਂ। ਵੱਡੀ ਹਾਈ ਪਾਵਰ ਸਾਡੇ ਤੇ ਇਹਨਾਂ ਨੇ ਵਾਟਰ ਕੈਨਨ ਦੀ ਵਰਤੋਂ ਕੀਤੀ, ਔਰ ਜਿਹੜੇ ਹਜ਼ਾਰਾਂ ਦੀ ਹਿਸਾਬ ਤੇ ਸੈਂਕੜਿਆਂ ਦੀ ਹਿਸਾਬ ਤੇ ਅਥਰੂ ਗਏ ਸਾਡੇ ਤੇ ਮਾਰੇ ਗਏ। ਠੰਡਾ ਪਾਣੀ ਪੈ ਗਿਆ ਬੜੀ ਵੱਡੀ ਪੱਧਰ ਤੇ। ਅਸੀਂ ਕਸ਼ਟ ਚੱਲਦੇ ਹਰਿਆਣੇ ਦੇ ਬੈਰੀਗੇਡ ਸਾਰੇ ਤੋੜ ਕੇ ਅਸੀਂ ਦਿੱਲੀ ਅੱਜ ਕੱਲ ਹੁਣ ਜਿੱਥੇ ਆਪਾਂ ਖੜੇ ਆ, ਇਹ ਦਿੱਲੀ ਦਾ ਟੇਕਰੀ ਬਾਰਡਰ ਏ, ਬਿਲਕੁਲ ਦਿੱਲੀ ਦੇ ਵਿੱਚ ਆਪਾਂ ਵੜ ਕੇ ਬੈਠੇ ਆ ਅਸੀਂ। ਇਸ ਕਰਕੇ ਸਾਨੂੰ ਇਹਨਾਂ ਨੇ ਰੋਕਿਆ ਸੀ ਨਹੀਂ, ਅਸੀਂ ਦਿੱਲੀ ਦੇ ਵਿੱਚ ਪ੍ਰੋਟੈਸਟ ਕਰਨਾ ਐਸਾ ਚਲੇ ਜਾਣਾ ਸੀ, ਪ੍ਰੋਟੈਸਟ ਕਰਕੇ ਚਲੇ ਜਾਣਾ ਸੀ। ਹੁਣ ਵੀ ਵੇਖੋ ਮਿੱਟੀ ਦੇ ਭਰ ਕੇ ਬੜੀਆਂ ਗੱਡੀਆਂ ਅੱਗੇ ਰੋਕਾਂ ਲਾ ਦਿੱਤੀਆਂ ਨੇ, ਕਿਉਂਕਿ ਸਾਡਾ ਅਜੇ ਪ੍ਰੋਗਰਾਮ ਦਿੱਲੀ ਜਾਣ ਦਾ ਹੈ ਨਹੀਂ। ਇਸ ਕਰਕੇ ਸਰਕਾਰ ਜਿਹੜਾ ਉਹ ਨਾ ਪੱਖੀ ਰਵੱਈਆ ਕਰ ਰਹੀ ਹੈ। ਆਸ ਰੱਖਦੇ 4 ਤਰੀਕ ਤੇ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਔਰ ਦੁਨੀਆ ਸਾਰੀ ਦੇਖ ਰਹੀ ਹੈ। ਮੈਂ ਇੱਕ ਦੱਸਣਾ ਚਾਹੁੰਦਾ, ਇਹ ਜਿਹੜਾ ਐਜੀਟੇਸ਼ਨ ਕੋਈ ਬੜੇ ਐਜੀਟੇਸ਼ਨ ਇਹ ਤੋਂ ਪਹਿਲਾਂ ਹੋਏ ਜਿਹੜੇ ਦੇਸ਼ ਦੀ ਹੱਦ ਨਹੀਂ ਸੀ ਲੰਘ ਸਕੇ। ਪਹਿਲਾ ਐਜੀਟੇਸ਼ਨ ਦੁਨੀਆ ਦੇ ਵਿੱਚ ਗਿਨੀਜ਼ ਬੁੱਕ ਦੇ ਵਿੱਚ ਰਿਕਾਰਡ ਦੇ ਦਰਜ ਹੋਵੇਗਾ। ਦੁਨੀਆ ਦੀਆਂ ਹੱਦਾਂ ਟੱਪ ਗਿਆ ਔਰ ਦੁਨੀਆ ਦੀਆਂ ਪਾਰਲੀਮੈਂਟਾਂ ਦੇ ਵਿੱਚ ਸਾਡੀ ਜ਼ਿਕਰ ਹੋ ਰਿਹਾ ਕਿਸਾਨੀ ਅੰਦੋਲਨ ਦਾ। ਅਫਸੋਸ, ਕਿਉਂਕਿ ਹਿੰਦੁਸਤਾਨ ਦੇ ਅਸੀਂ ਦਿੱਲੀ ਦੇ ਬਾਰਡਰ ਮੱਲ ਕੇ ਬੈਠੇ ਹਾਂ, ਸਾਡੀ ਪਾਰਲੀਮੈਂਟ ਦੇ ਵਿੱਚ ਸਾਡੀ ਗੱਲ ਨਹੀਂ ਹੋ ਰਹੀ। ਅਫਸੋਸ ਵਾਲੀ ਗੱਲ ਹੈ, ਕਿਉਂਕਿ ਐਡਾ ਝੂਠਾ ਪ੍ਰਧਾਨ ਮੰਤਰੀ 17 ਸਾਲਾਂ 'ਚ ਅੰਗਰੇਜ਼ਾਂ ਤੋਂ ਮਗਰੋਂ ਸਾਨੂੰ ਜਦੋਂ ਦੇਸ਼ ਆਜ਼ਾਦ ਹੋਇਆ 1947 ਤੋਂ ਲੈ ਕੇ ਕਦੀ ਨਹੀਂ ਸੀ ਮਿਲਿਆ। ਝੂਠ ਤੇ ਝੂਠ ਬੋਲੀ ਜਾਂਦਾ। ਉਹ ਝੂਠ ਅਸੀਂ ਗੋਦੀ ਮੋਦੀ ਮੀਡੀਆ ਜਿਹੜਾ ਇਹਨਾਂ ਦਾ, ਉਹਨਾਂ ਦਾ ਵੀ ਅਸੀਂ ਬਿਲਕੁਲ, ਮੈਂ ਦੱਸਣਾ ਚਾਹੁੰਦਾ ਲੰਬਾ ਹੋ ਜਾਏਗਾ। ਗੁਜਰਾਤ ਦੇ ਵਿੱਚ ਸਾਡੇ ਜੀਰੇ ਨੂੰ ਸੰਬੰਧ ਰੱਖਦੇ ਸੁਖਚੈਨ ਸਿੰਘ ਮੀਆਂ ਸਿੰਘ ਵਾਲਾ ਉਹਨਾਂ ਦਾ ਪਿੰਡ, 20 ਸਾਲ ਪਹਿਲਾਂ ਉਹ ਇੱਥੋਂ ਚਲੇ ਗਏ ਸੀ ਪੁੱਛ ਗੁਜਰਾਤ ਦੇ ਵਿੱਚ, ਔਰ ਉੱਥੇ ਇੱਕ ਗੁਰਦੁਆਰਾ ਜੀ ਲਖਪਤ ਗੁਰਦੁਆਰਾ, ਔਰ ਪ੍ਰਧਾਨ ਮੰਤਰੀ ਨੇ ਉੱਥੇ ਪ੍ਰੋਗਰਾਮ ਰੱਖਿਆ ਧਾਰਮਿਕ, ਔਰ 2 ਸਾਡੇ ਕਿਸਾਨ ਉਹਨਾਂ ਨੂੰ ਪਾਸ ਦਿੱਤੇ। 9 ਮਿੰਟ ਦਾ ਟਾਈਮ ਮਿਲਿਆ ਉਹਨਾਂ ਨੂੰ ਮਿਲਣ ਵਾਸਤੇ, ਔਰ ਸਰਕਾਰੀ ਤੌਰ ਤੇ ਉਹ ਪ੍ਰਬੰਧ ਕੀਤਾ ਸੀ ਇਹਨਾਂ ਮੀਟਿੰਗ ਦਾ। ਉੱਥੇ ਜਾ ਕੇ ਪ੍ਰਧਾਨ ਮੰਤਰੀ ਜੀ ਕਹਿ ਰਹੇ ਨੇ ਸਿੱਖ ਕੌਮ ਬਹਾਦਰਾਂ ਕੌਮ ਹੈ, ਕਿਉਂਕਿ ਹਿੰਦੁਸਤਾਨ ਨੂੰ ਨਾਜ ਇਹਨਾਂ ਦੇ ਉੱਤੇ, ਔਰ ਬੜੀ ਵੱਡੀ ਕੌਮ ਹੈ, ਤੁਸੀਂ ਇਹਨੂੰ ਬਾਉਂਡਰੀ ਲੈਣ ਵਾਸਤੇ ਪੈਸੇ ਚਾਹੀਦੇ, ਗੁਰਦੁਆਰੇ ਦੀ ਮੇਨਟੇਨ ਵਾਸਤੇ ਚਾਹੀਦੇ, ਅਸੀਂ ਦੇ ਦਿੰਦੇ ਆ। 9 ਮਿੰਟਾਂ ਦੇ ਵਿੱਚ ਇਹੋ ਗੱਲ ਕੀਤੀ, ਆਡੀ ਨੇ ਸਾਡਾ ਜ਼ਿਕਰ ਤੱਕ ਨਹੀਂ ਕੀਤਾ। ਸ਼ਾਮ ਨੂੰ ਟੀਵੀ ਵੇਖ ਕੇ ਉਹਨਾਂ ਦੀਆਂ ਵੱਡੀਆਂ ਖਬਰਾਂ ਜਿਹੜੀਆਂ ਗੋਦੀ ਮੀਡੀਆ ਨੇ ਦਿੱਤੀਆਂ, ਕਹਿੰਦੇ ਕਿਸਾਨਾਂ ਨੂੰ ਸਮਝਾਇਆ ਗਿਆ ਹੈ, ਬਿੱਲਾਂ ਬਾਰੇ ਦੱਸਿਆ ਗਿਆ, ਕਿਸਾਨ ਸੈਟੀਸਫਾਈ ਹੋਏ। ਉਹਨਾਂ ਨੇ ਜਦੋਂ ਵੇਖਿਆ ਸੁਖਚੈਨ ਸਿੰਘ ਹੋਰਾਂ ਨੇ, ਉਹਨਾਂ ਵੀਡੀਓ ਵਾਇਰਲ ਕੀਤੀ, ਮੈਂ ਤੁਹਾਨੂੰ ਵੀਡੀਓ ਵੀ ਦੇ ਦਾਂਗਾ ਬਾਅਦ ਦੇ ਵਿੱਚ, ਕਿਉਂਕਿ ਵੀਡੀਓ ਵਾਇਰਲ ਕੀਤੀ। ਉਹ ਕਹਿੰਦੇ ਸਾਡੇ ਨਾਲ ਤਾਂ ਗੱਲ ਹੀ ਨਹੀਂ ਆਰਡੀਨੈਂਸਾਂ ਦੀ ਹੋਈ, ਸਾਨੂੰ ਤਾਂ ਕਹਿੰਦੇ ਸੀ ਤੁਸੀਂ ਬੜੀ ਬਹਾਦਰ ਕੌਮ, ਸਰਦਾਰਾਂ ਦਾ ਜਿਹੜਾ ਉਹ ਸਰਦਾਰ ਕੌਮ ਜਿਹੜੇ ਦੇਸ਼ ਦੇ ਔਰ ਤਾਜ ਨੇ। ਇਸ ਕਰਕੇ ਐਡੀ ਪਵਿੱਤਰ ਕੁਰਸੀ ਹੁੰਦੀ ਹੈ ਜੀ, ਜਿਹੜਾ ਪ੍ਰਧਾਨ ਮੰਤਰੀ ਹੁੰਦਾ, ਗਰਿਮਾ ਹੁੰਦੀ ਹੈ ਗੱਦੀ ਦੀ, ਔਰ ਗੱਦੀ ਐਡੀ ਪਵਿੱਤਰ ਕੁਰਸੀ ਤੇ ਬੈਠ ਕੇ ਪ੍ਰਧਾਨ ਮੰਤਰੀ ਬਣ ਕੇ ਐਡਾ ਵੱਡਾ ਝੂਠ ਬੋਲ ਜਾਏਗਾ। ਦੱਸੋ ਫਿਰ ਕੀ ਦੇਸ਼ ਦਾ ਬਣੂਗਾ? ਅਡਾਨੀਆਂ ਬਾਨੀਆਂ ਫਿੱਕੀਆਂ ਨੂੰ ਇਹਨੇ ਦੇਸ਼ ਜਿਹੜਾ ਵੇਚੀ ਜਾਂਦੇ ਆ। ਇਹ ਜਿਹੜਾ ਆਰਡੀਨੈਂਸ ਜਾਰੀ ਕੀਤੇ, ਮੈਂ ਦੱਸਣਾ ਚਾਹਣਾ, ਇਹ ਐਂ ਲੱਗਦਾ ਜਿਵੇਂ ਕਾਰਪੋਰੇਟ ਘਰਾਣੇ ਦੇ ਕਿਸੇ ਸੀਏ ਨੇ ਲਿਖਿਆ ਹੋਏ, ਕਿਉਂਕਿ ਕਿਸਾਨਾਂ ਦਾ ਨਾਂ ਤੱਕ ਨਹੀਂ ਉਹਦੇ ਵਿੱਚ। ਮਤਲਬ ਇਹ ਕਹਿ ਰਹੇ ਸੀ ਪਹਿਲਾਂ ਨਾ ਸਾਰਾ ਜ਼ੋਰ ਲਾਤਾ, ਸਮਝ ਨਹੀਂ ਆਉਂਦੀ, ਸਮਝਾਉਣਾ, ਸਮਝ ਨਹੀਂ ਆਉਂਦੀ, ਸਮਝਾ ਰਹੇ ਆ। ਬਿਲਕੁਲ ਕਿਸਾਨਾਂ ਨੇ ਇੱਕ ਪੁਆਇੰਟ ਤੇ ਇੱਕ ਅੱਖਰ ਤੇ ਇਹਨਾਂ ਦੀ ਪੇਟ ਲਾਤੀ, ਫਿਰ ਕਹਿੰਦੇ ਬਿਲਕੁਲ ਯਾਰ ਇਹ 18 ਮੱਦਾਂ ਤੇ ਗਲਤ ਆ। ਤੇ ਤੁਸੀਂ ਐਂ ਕਰੋ, ਅਹਿਮਦ ਸ਼ਾਹ ਜੀ ਕਹਿੰਦੇ ਸੀ ਕਿਸਾਨਾਂ ਦੇ ਲੈਵਲ ਦੀ ਸਾਡੀ ਗੱਲ ਨਹੀਂ, ਕਿਉਂਕਿ ਮੇਰੇ ਲੈਵਲ ਦੀ ਗੱਲ ਨਹੀਂ, ਕਿਸਾਨਾਂ ਨੇ ਲੈਵਲ ਉਹਨਾਂ ਦਾ ਥੱਲੇ ਲੈ ਜਾਂਦਾ, ਸਾਡੇ ਬਰਾਬਰ ਲੈਵਲ ਕਰ ਲਿਆ। ਅਸੀਂ ਹੁਣ ਗੱਲ ਕੀਤੀ ਸਾਡੇ ਨਾਲ, ਕਹਿੰਦੇ ਇਹਨੂੰ ਬਰਫੀ ਦਾ ਡੱਬਾ ਇੱਕ ਸਮਝ ਲਓ, ਜੋ ਮਰਜ਼ੀ ਲਿਖ ਕੇ ਪਾ ਲਓ, ਸਾਡੀ ਇੱਜ਼ਤ ਦਾ ਸਵਾਲ ਹੈ। ਦੱਸੋ ਕਿਸਾਨਾਂ ਦਾ ਕਿਹੜੀ ਜਿੱਦ, ਕਿਹੜੀਆਂ ਗੱਲਾਂ, ਇੱਜ਼ਤ ਵਾਲੀ ਕਿਹੜੀ ਗੱਲ ਰਹਿ ਗਈ ਵੀ ਕਿਸਾਨ ਆਏ ਆ, ਤੁਸੀਂ ਹੱਸ ਕੇ ਕਹਿ ਦਿਓ ਅਸੀਂ ਆਰਡੀਨੈਂਸ ਕਰਦੇ ਆ, ਸਾਨੂੰ ਮਿਲੋ ਆਣ ਕੇ, ਮਿਲ ਕੇ ਆਣ ਕੇ ਕਹਿ ਦਿੰਦੇ ਆਰਡੀਨੈਂਸ ਕੈਂਸਲ ਕਰ ਦਿੰਦੇ ਆ, ਤੁਸੀਂ ਚਲੇ ਜਾਓ, ਚਲੇ ਜਾਂਦੇ ਆ। ਕਿਹੜੀਆਂ ਸਾਡੇ ਨਾਲ ਇਹ ਜਿਹੜੀਆਂ ਜਿੱਦਾਂ ਪਕਾਰੀ ਸਰਕਾਰ ਹੈ, ਸਾਡੀ ਇੱਜ਼ਤ ਦਾ ਸਵਾਲ, ਸਾਡੀ ਅਣਖ ਦਾ ਸਵਾਲ। 75% 70% ਐਗਰੀਕਲਚਰ ਲੈਂਡ ਹਿੰਦੁਸਤਾਨ ਦਾ ਢਿੱਡ ਭਰਨ ਵਾਲੇ ਲੋਕ ਦਿੱਲੀ ਦਾ 4 ਸਵੇਰਾ ਮੱਲ ਕੇ ਬੈਠੇ ਹੋਣ ਤੇ ਸਰਕਾਰ ਸਾਡੇ ਨਾਲ ਅੜੀਆਂ ਕਰੇ, ਜਿੱਦਾਂ ਕਰੇ। ਇਸ ਕਰਕੇ ਮੰਦਭਾਗੀ ਆ ਜੀ। ਮੈਨੂੰ ਲੱਗਦਾ ਇਸ ਤੋਂ ਅੱਗੇ ਸਾਨੂੰ ਐਜੀਟੇਸ਼ਨ ਦੇਸ਼ ਬਚਾਉਣ ਦੀ ਖਾਤਰ ਵੀ ਇੱਕ ਕਰਨਾ ਪਏਗਾ, ਕਿਉਂਕਿ ਇਹ ਤਾਂ ਐਜੀਟੇਸ਼ਨ ਜਿੱਤਾਂਗੇ ਜੀ, ਇਹਦਾ ਕੋਈ ਰੌਲਾ ਨਹੀਂ। ਇਹ ਕੋਈ ਦੁਨੀਆ ਦੀ ਤਾਕਤ, ਐਡੀ ਵੱਡੀ ਹਿੰਦੁਸਤਾਨ ਦੇ ਰਾਜਧਾਨੀ ਦੇ 4 ਸਵੇਰੇ ਕਿਸਾਨਾਂ ਦੀ ਸੁਨਾਮੀ ਆਈ ਹੋਵੇ ਤੇ ਜ਼ਿਆਦਾ ਦੇਰ ਸਰਕਾਰ ਸਾਡੇ ਅੱਗੇ ਮੈਂ ਸਮਝਣਾ ਟੇਕ ਨਹੀਂ ਸਕੇਗੀ, ਕਿਉਂਕਿ ਹੁਣ ਸਾਡੇ ਜਿੱਤ ਜਿਹੜੀ ਉਹ ਬਾਅਦ ਹੀ ਦੂਰ ਨਹੀਂ ਲੱਗੇ ਆ। ਕਿਉਂਕਿ ਮੌਸਮ ਸਾਡਾ ਇਮਤਿਹਾਨ ਲਵੇਗਾ। ਸਰਕਾਰ ਤਾਂ ਰੋਜ਼ ਇਮਤਿਹਾਨ ਲੈਂਦੀ ਜੀ, ਇਹਨਾਂ ਨੇ ਕੋਈ ਜਿਹੜਾ ਸਰਕਾਰ ਕੋਲ ਜੰਤਰ ਮੰਤਰ ਹੁੰਦਾ ਜੋ ਇਹਨਾਂ ਸਾਰੇ ਤਰੀਕੇ ਕਰ ਲਏ। ਅੱਜ ਅਸੀਂ ਮੇਰੇ ਖਿਆਲ 40 ਦਿਨਾਂ ਦੇ ਲਾਗੇ ਚਲੇ ਗਏ ਜੀ, 40 ਦਿਨ ਹੋ ਗਏ ਸਾਨੂੰ ਐਜੀਟੇਸ਼ਨ ਕਰਦੇ ਨੂੰ, ਜੰਮ ਕੇ ਬੈਠੇ ਆ। ਔਰ ਇਹ ਸਰਕਾਰਾਂ ਦੀ ਪਹਿਲੀ ਰਣਨੀਤੀ ਹੁੰਦੀ ਹੈ ਵੀ ਐਜੀਟੇਸ਼ਨ ਨੂੰ ਲੰਬਾ ਕਰਕੇ ਇਹਨੂੰ ਤੋੜ ਦਿੱਤਾ ਜਾਵੇ, ਘਟਾ ਦਿੱਤਾ ਜਾਵੇ। ਤੁਸੀਂ ਵੇਖ ਸਕਦੇ ਹੋ ਮੀਡੀਆ ਤੋਂ, ਸਾਡਾ ਪਿੱਛੇ ਤੱਕ ਵੇਖ ਸਕਦੇ ਹੋ, ਸਾਡਾ ਵੱਡਾ ਹਜੂਮ ਹੋ ਗਿਆ, ਜ਼ਿਆਦਾ ਸਾਡੇ ਸੰਗਤ ਆ ਗਈ। ਮੈਂ ਨਹੀਂ ਕਹਿੰਦਾ ਪੰਜਾਬ 'ਚੋਂ, ਸਾਰੇ ਦੇਸ਼ ਦੇ ਵਿੱਚੋਂ ਕਿਸਾਨ ਆ ਗਏ, ਕਿਉਂਕਿ ਸਮਝ ਲੱਗ ਗਈ ਦੀ। ਜਿਹੜੇ ਪੋਲੀਟੀਕਲ ਬੰਦੇ ਸੀ ਉਹ ਆਪੋ ਆਪਣੀਆਂ ਖੁੱਡਾਂ 'ਚ ਵੜ ਕੇ ਬੈਠੇ, ਉਹਨਾਂ ਦਾ ਕੋਈ ਨਾਂ ਨਿਸ਼ਾਨ ਨਹੀਂ ਲੈਂਦਾ ਜੀ। ਪ੍ਰਗਟ ਜੀ, ਜਿੰਨੀਆਂ ਮੀਟਿੰਗਾਂ ਹੋਈਆਂ ਇੱਕੋ ਗੱਲ ਕੀਤੀ ਗਈ, ਕਹਿੰਦੇ
ਕੇਂਦਰ ਸਰਕਾਰ ਕਹਿੰਦੀ ਅਸੀਂ ਸੋਧ ਕਰਾਂਗੇ, ਅਸੀਂ ਰੱਦ ਨਹੀਂ ਕਰਾਂਗੇ। 4 ਤਰੀਕ ਨੂੰ ਦੁਬਾਰਾ ਮੀਟਿੰਗ ਹੈ। ਜੇਕਰ ਉਹੀ ਗੱਲਾਂ ਹੋਈਆਂ, ਸੋਧ ਦੀਆਂ ਗੱਲਾਂ ਹੋਈਆਂ, ਰੱਦ ਨਹੀਂ ਕੀਤਾ ਗਿਆ, ਤੇ ਅਗਲੀ ਰਣਨੀਤੀ ਕੀ ਹੋਊਗੀ ਤੁਹਾਡੀ? ਬਿਲਕੁਲ ਅਗਲੀ ਰਣਨੀਤੀ ਤੁਹਾਨੂੰ ਦੱਸ ਦਿੱਤੀ ਜੀ। ਨਾ ਮੰਨੇ ਤੇ 6 ਤਰੀਕ ਨੂੰ ਟਰੈਕਟਰਾਂ ਦਾ ਜਿਹੜਾ ਬਾਰਡਰ ਟੂ ਬਾਰਡਰ ਸਾਡਾ ਉਹ ਐਜੀਟੇਸ਼ਨ ਤਾਂ ਹੋਵੇਗਾ। ਇਸ ਤੋਂ ਅੱਗੇ ਅਸੀਂ ਜਿਹੜੇ ਐਜੀਟੇਸ਼ਨ ਤਿੱਖੇ ਦੇਵਾਂਗੇ। 26 ਜਨਵਰੀ ਤੇ ਅਸੀਂ ਖੁਲਾਸਾ ਨਹੀਂ ਕਰ ਸਕਦੇ ਤੁਹਾਡੇ ਕੋਲ ਅਜੇ, ਪਰ ਦੁਨੀਆ ਤੇ ਮੈਂ ਸਮਝਣਾ ਅੱਜ ਤੱਕ 1947 ਤੋਂ 17-72 ਸਾਲਾਂ ਦੇ ਵਿੱਚ 26 ਜਨਵਰੀ ਇਹੋ ਜੀ ਨਹੀਂ ਕਦੀ ਮਨਾਈ ਹੋਵੇਗੀ ਜਿਹੋ ਜੀ ਇਸ ਵਾਰੀ ਦਿੱਲੀ ਦੀਆਂ ਸੜਕਾਂ ਤੇ 26 ਜਨਵਰੀ ਪੂਰੀ ਦੁਨੀਆ ਨੂੰ ਵੇਖਣ ਨੂੰ ਮਿਲੇਗੀ। ਸ਼ੁਕਰੀਆ ਜੀ, ਧੰਨਵਾਦ ਜੀ। ਸੋ ਇਹ ਸਨ ਪ੍ਰਗਟ ਸਿੰਘ ਜਿਨ੍ਹਾਂ ਨੇ ਦੱਸਿਆ, ਗੱਲਬਾਤ ਕਰਦੇ ਆ, ਉਹਨਾਂ ਦੱਸਿਆ ਕਿ ਜਿਹੜਾ ਸਾਡਾ ਪ੍ਰੋਟੈਸਟ ਹੈ ਉਹ ਇਸੇ ਤਰ੍ਹਾਂ ਜਾਰੀ ਰਹੂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਘਰਸ਼ ਤਿੱਖਾ ਵੀ ਹੋਵੇਗਾ ਜੇਕਰ ਕੇਂਦਰ ਸਰਕਾਰ ਨੇ ਸਾਡੀ ਗੱਲ ਨਹੀਂ ਮੰਨੀ। ਤੁਹਾਨੂੰ ਇੱਕ ਵਾਰੀ ਫਿਰ ਤੋਂ ਤਸਵੀਰਾਂ ਦਿਖਾ ਦਿੰਨੇ ਆ। ਟਿੱਕਰੀ ਬਾਰਡਰ ਦੀਆਂ ਇਹ ਤਸਵੀਰਾਂ ਨੇ, ਲਾਈਵ ਤਸਵੀਰਾਂ ਅਸੀਂ ਅਜੀਤ ਵੈਬ ਟੀਵੀ ਦੇ ਰਾਹੀਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਹਾਲਾਂਕਿ ਅੱਜ ਮੌਸਮ ਖਰਾਬ ਹੈ, ਕਿਣਮਿਣ ਲਗਾਤਾਰ ਸਵੇਰ ਤੋਂ ਪੈ ਰਹੀ ਹੈ ਤੇ ਜਿਹੜੀ ਇਹ ਸਟੇਜ ਹੈ ਉਹ ਬੰਦ ਕੀਤੀ ਗਈ ਹੈ ਫਿਲਹਾਲ, ਕਿਉਂਕਿ ਜਿਹੜਾ ਮੀਂਹ ਹੈ ਕਾਫੀ ਤੇਜ਼ ਹੈ। ਛੋਟੇ ਬੱਚੇ ਤੁਸੀਂ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਬੈਨਰ ਫੜੇ ਹੋਏ ਨੇ। ਛੋਟੇ ਬੱਚੇ ਜਿਹੜੇ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਪਹੁੰਚੇ ਨੇ, ਕਿਉਂਕਿ ਇਹ ਇਕੱਲੀ ਕਿਸੇ ਕਮਿਊਨਿਟੀ ਦੀ ਲੜਾਈ ਨਹੀਂ, ਕਿਸੇ ਧਰਮ ਦੀ ਲੜਾਈ ਨਹੀਂ, ਇਹ ਪੂਰੇ ਦੇਸ਼ ਦੀ ਲੜਾਈ ਹੈ। ਕਿਉਂਕਿ ਜੇਕਰ ਕਿਸਾਨੀ ਮੁੱਕਦੀ ਹੈ, ਕਿਸਾਨੀ ਨੂੰ ਫਰਕ ਪੈਂਦਾ ਤੇ ਆਮ ਬੰਦੇ ਨੂੰ ਵੀ ਜ਼ਰੂਰ ਫਰਕ ਪਊਗਾ। ਅਸੀਂ ਗੱਲਬਾਤ ਕਰਦੇ ਹਾਂ। ਬੇਟਾ ਕੀ ਨਾਮ ਹੈ ਤੁਹਾਡਾ? ਜੋਤ। ਕਿੱਥੋਂ ਆਏ ਹੋ? ਖਨੌਰੀ ਬਾਰਡਰ। ਅੱਛਾ, ਕੀ ਸੋਚ ਕੇ ਕੀ ਆਏ ਹੋ? ਹੱਥ 'ਚ ਤੁਹਾਡੇ ਝੰਡਾ ਹੈਗਾ, ਪ੍ਰੋਟੈਸਟ ਦੇ ਵਿੱਚ ਆਏ ਹੋ, ਕਿਸਾਨਾਂ ਦੇ ਨਾਲ ਆਏ ਹੋ? ਹਾਂ। ਫਤਿਹ ਕਰਕੇ ਜਾਓਗੇ? ਫਤਿਹ ਕਰਾਂਗੇ। ਸੋ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਦਈਏ, ਛੋਟੇ ਬੱਚੇ ਵੀ ਇੱਥੇ ਪਹੁੰਚੇ ਨੇ, ਹੱਥਾਂ ਦੇ ਵਿੱਚ ਝੰਡੇ ਨੇ, ਬੈਰੀਗੇਡ ਬੈਨਰਸ ਨੇ ਜਿਸ ਦੇ ਵਿੱਚ ਨੋ ਫੂਡ ਨੋ ਫਾਰਮਰ ਲਿਖਿਆ ਹੋਇਆ, ਯਾਨੀ ਕਿ ਜੇ ਖਾਣਾ ਨਹੀਂ ਰਹੂਗਾ, ਕਿਸਾਨ ਨਹੀਂ ਰਹੂਗਾ, ਖਾਣਾ ਨਹੀਂ ਰਹੂਗਾ। ਗੱਲਬਾਤ ਕਰ ਲੈਂਦੇ ਆ। ਬਾਬਾ ਜੀ ਕਿੱਥੋਂ ਆਏ ਹੋ? ਸਤਰਾਣੇ ਤੋਂ ਆਏ ਜੀ। ਸਤਰਾਣੇ ਤੋਂ ਆਏ ਹੋ। ਕੀ ਲੱਗਦਾ, ਕਿਵੇਂ ਦੇਖਦੇ ਹੋ ਸਾਰੇ ਮੋਰਚੇ ਨੂੰ? ਲਗਾਤਾਰ ਮੀਟਿੰਗਾਂ ਹੁੰਦੀਆਂ, ਗੱਲ ਕਰਦੇ ਨੇ, ਕਹਿੰਦੇ ਰੱਦ ਨਹੀਂ ਕਰਾਂਗੇ, ਸੋਧ ਕਰ ਦਾਂਗੇ। ਕੀ ਲੱਗਦਾ 4 ਤਰੀਕ ਨੂੰ ਦੁਬਾਰਾ ਮੀਟਿੰਗ ਹੈ? ਜਿੱਤ ਕੇ ਜਾਵਾਂਗੇ ਜਦੋਂ ਜਾਵਾਂਗੇ। ਬਿਲਕੁਲ ਮੋਰਚਾ ਫਤਿਹ ਕਰਕੇ ਜਾਓਗੇ? ਘਰੇ ਕੀ ਕਹਿ ਕੇ ਆਏ ਹੋ? ਅਰੇ ਕਹਿ ਕੇ ਆਉਣਾ। ਹੁਣ ਆਪਣੇ ਕੁੱਡੀਆਂ ਗੱਡੀਆਂ ਵਿਆਹਤੀਆਂ, ਆਪਾਂ ਵਿਹਲੇ ਹੁਣ। ਹਾਂ ਜੀ, ਬਸ ਇਸੇ ਕੰਮ ਤੇ ਫਤਿਹ ਕਰਕੇ ਹੀ ਜਾਓਗੇ? ਮਤਾ ਐਨ ਜੀ ਬਿਲਕੁਲ। ਸੋ ਬਿਲਕੁਲ ਜਜ਼ਬਾ ਤੁਸੀਂ ਦੇਖ ਸਕਦੇ ਹੋ। ਜਿਹੜੇ ਪੰਜਾਬੀ ਨੇ ਉਹ ਇੱਥੇ ਪਹੁੰਚੇ ਹੋਏ ਨੇ, ਜਿਹੜੀ ਕਿਸਾਨ ਜ਼ਿਮੀਂਦਾਰ ਨੇ ਇੱਥੇ ਪਹੁੰਚੇ ਹੋਏ ਨੇ, ਆਪਣੇ ਪਰਿਵਾਰਾਂ ਦੇ ਨਾਲ ਇੱਥੇ ਪਹੁੰਚੇ ਹੋਏ ਨੇ। ਮੰਗ ਇੱਕੋ ਹੈ ਕਿ ਜਿਹੜੇ ਕਾਲੇ ਕਾਨੂੰਨ ਕੇਂਦਰ ਸਰਕਾਰ ਨੇ ਪਾਸ ਕੀਤੇ ਨੇ ਉਸ ਨੂੰ ਰੱਦ ਕੀਤਾ ਜਾਵੇ। ਰੱਦ ਕਰਕੇ ਹੀ ਅਸੀਂ ਆਪਣੇ ਘਰਾਂ ਦੇ ਵਿੱਚ ਜਾਵਾਂਗੇ, ਅਸੀਂ ਉਸ ਤੋਂ ਬਗੈਰ ਇੱਥੋਂ ਨਹੀਂ ਜਾਵਾਂਗੇ। ਮਜ਼ਦੂਰ ਮਾਰੂ, ਕਾਲੇ ਕਾਨੂੰਨ ਵਾਪਸ ਲਓ। ਕਿਤੇ ਨਾ ਕਿਤੇ ਜਿਹੜੀ ਮਜ਼ਦੂਰ ਏਕਤਾ ਹੈਗੀ ਹੈ ਉਸ ਦੇ ਵੀ ਜਿਹੜੇ ਇੱਥੇ ਨਾਰੇ ਲਾਏ ਜਾ ਰਹੇ ਨੇ, ਕਿਉਂਕਿ ਫਰਕ ਜ਼ਰੂਰ ਪਊਗਾ, ਹਰੇਕ ਵਰਗ ਨੂੰ ਫਰਕ ਪਊਗਾ ਜੇਕਰ ਇਹ ਬਿੱਲ ਪਾਸ ਹੁੰਦੇ ਨੇ। ਕਿੱਥੋਂ ਆਏ ਹੋ? ਕਿੱਥੋਂ ਆਏ ਜੀ? ਮਲੋਟ ਮੰਡੀ ਤੋਂ ਜੀ। ਮਲੋਟ ਮੰਡੀ ਤੋਂ। ਕਿਵੇਂ ਦੇਖਦੇ ਹੋ ਸਾਰੇ ਸੰਘਰਸ਼ ਨੂੰ, ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਨੂੰ ਕਿਵੇਂ ਦੇਖਦੇ ਹੋ? ਜਿਹੜਾ ਇਹ ਸੰਘਰਸ਼ ਹੈ ਜੀ, ਇਹ ਪੰਜਾਬ ਦੇ ਕਿਸਾਨਾਂ ਦਾ ਨਾ ਹੋ ਕੇ ਪੂਰੇ ਭਾਰਤ ਦਾ, ਮਜ਼ਦੂਰਾਂ ਦਾ, ਖਾਸ ਕਰਕੇ ਮਜ਼ਦੂਰ ਵੀ ਨਾਲ ਜੁੜ ਗਏ ਹੈ। ਅਸੀਂ ਦਾਣਾ ਮੰਡੀ ਦੇ ਵਿੱਚ ਮਜ਼ਦੂਰਾਂ ਵੱਲੋਂ ਹੈ, ਦਾਣਾ ਮੰਡੀ ਤੇ ਮਜ਼ਦੂਰੀ 'ਚ ਕੰਮ ਕਰਦੇ ਹਾਂ। ਜੇ ਕਿਸਾਨ ਮਰ ਗਿਆ ਤਾਂ ਮਜ਼ਦੂਰ ਪਹਿਲਾਂ ਮਰ ਗਏ ਜੀ। ਅਸੀਂ ਇਸ ਕਰਕੇ ਮਲੋਟ ਤੋਂ ਸਪੈਸ਼ਲ ਆਏ ਹਾਂ ਜੀ। ਕੱਲ੍ਹ ਦੇ ਉੱਥੇ ਵੀ 21 ਦਿਨਾਂ ਦਾ ਅਸੀਂ ਧਰਨਾ ਲਾਇਆ ਸੀ ਦਾਣਾ ਮੰਡੀ ਮਲੋਟ ਦੇ ਵਿੱਚ ਜੀ। ਉੱਥੇ 21 ਦਿਨਾਂ ਦਾ ਧਰਨਾ ਲਾ ਕੇ ਉਸ ਤੋਂ ਬਾਅਦ ਅਸੀਂ ਸਾਰੇ ਮਜ਼ਦੂਰਾਂ ਵੱਲੋਂ ਦਾਣਾ ਮੰਡੀ 'ਚ ਕੰਮ ਕਰਨਾ। ਤੁਸੀਂ ਕਿੱਥੋਂ ਆਏ ਹੋ? ਮਲੋਟ ਤੋਂ ਜੀ। ਹਾਂਜੀ ਹਾਂ, ਮਲੋਟ ਮੰਡੀ ਬਲਾਕ ਕਰਦੇ ਹਾਂ ਅਸੀਂ। ਹਾਂਜੀ, ਤੇ ਜਿਹੜੇ ਕਾਨੂੰਨ ਬਣਾਏ ਨੇ ਸਰਕਾਰ ਨੇ 4, ਇਹ ਬਹੁਤ ਹੀ ਜ਼ਿਆਦਾ ਮਾੜੇ ਆ। ਬਹੁਤ ਕਿਸਾਨਾਂ ਵਾਸਤੇ ਕੀ ਸਾਰਿਆਂ ਵਾਸਤੇ ਹੈ। ਇਹ ਤਾਂ ਪਤਾ ਬਾਅਦ ਵਿੱਚ ਲੱਗੂਗਾ, ਹੁਣ ਤਾਂ ਪਤਾ ਨਹੀਂ ਲੱਗਦਾ। ਜਦੋਂ ਲਾਗੂ ਹੋ ਗਏ ਨਾ ਜੀ, ਇਹ ਤਾਂ ਹਰੇਕ ਬੰਦਾ ਜਿਹੜਾ ਗਰੀਬ ਹੈ, ਅਮੀਰ ਹੈ, ਮੀਡੀਅਮ ਵਾਲਾ, ਇਹ ਸਾਰੇ ਮਾਰਿਆ ਜਾਊਗਾ ਜੀ ਤੇ ਕੁਝ ਨਹੀਂ ਮਿਲਣਾ। ਇਹ ਸਾਰਾ ਅਡਾਨੀ ਤੇ ਅੰਬਾਨੀ ਦਾ ਕੰਮ ਚੱਲੂਗਾ ਜੀ। ਤੇ ਸੋ ਬਿਲਕੁਲ ਜਿਹੜੇ ਲੋਕ ਨੇ ਲਗਾਤਾਰ ਇੱਕੋ ਗੱਲ ਤੇ ਅੜੇ ਹੋਏ ਨੇ, ਕਹਿੰਦੇ ਕਿ ਫਰਕ ਹਰੇਕ ਵਰਗ ਨੂੰ ਪਵੇਗਾ, ਚਾਹੇ ਉਹ ਮਜ਼ਦੂਰ ਵਰਗ ਹੈ, ਚਾਹੇ ਉਹ ਕਿਸਾਨੀ ਨਾਲ ਤਾਲਮੇਲ ਰੱਖਦਾ ਹੈ, ਫਰਕ ਜ਼ਰੂਰ ਪਊਗਾ। ਕਿਉਂਕਿ ਜਿਹੜਾ ਇਹ ਐਜੀਟੇਸ਼ਨ ਹੈ ਇਹ ਸਿਰਫ ਕਿਸਾਨੀ ਦਾ ਨਹੀਂ ਰਿਹਾ, ਇਹ ਪੂਰੇ ਦੇਸ਼ ਦਾ ਬਣ ਚੁੱਕਿਆ ਹੈ, ਹਰੇਕ ਵਰਗ ਦੇ ਲੋਕਾਂ ਦਾ ਬਣ ਚੁੱਕਿਆ ਹੈ। ਕਿਉਂਕਿ ਜੇਕਰ ਖੇਤੀ ਖਤਮ ਹੁੰਦੀ ਹੈ, ਜੇਕਰ ਖੇਤੀ ਨੂੰ ਫਰਕ ਪੈਂਦਾ ਤੇ ਆਮ ਵਰਗ ਨੂੰ ਖਤਮ ਪਊਗਾ, ਰੋਜ਼ਾਨਾ ਦੀਆਂ ਵਸਤਾਂ ਤੇ ਫਰਕ ਪਏਗਾ। ਤਸਵੀਰਾਂ ਤੁਸੀਂ ਦੇਖ ਰਹੇ ਹੋ, ਆਪਣਾ ਘਰ-ਬਾਰ ਤੋਂ ਨਿਕਲ ਕੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਲੋਕ ਲਗਾਤਾਰ ਸੰਘਰਸ਼ ਕਰ ਰਹੇ ਨੇ। ਮਾਤਾ ਜੀ ਕਿੱਥੋਂ ਆਏ ਹੋ? ਮਾਨਸਾ ਮੰਡੀ ਤੋਂ। ਮੋਰਚੇ ਤੇ ਆਏ ਹੋ? ਹਾਂ, ਮੋਰਚੇ ਤੇ ਆਏ ਪੁੱਤ। ਪੱਕਾ ਡੇਰਾ ਲਾਉਂਗੇ ਹੁਣ ਇੱਥੇ? ਹਾਂ, ਪੱਕਾ ਡੇਰਾ ਲਾਵਾਂਗੇ। ਮੋਦੀ ਸਾਹਿਬ ਨੂੰ ਕੀ ਕਹਿਣਾ? ਮੋਦੀ ਸਾਹਿਬ ਨੂੰ ਰੋਨੇ ਆ, ਹੋਰ ਕੀ ਕਹਿਣਾ, ਪਿੱਟਦੇ ਆ ਉਹਨੂੰ ਵੀ ਸਾਡਾ ਹੱਕ ਸਾਨੂੰ ਦੇ।
ਆਈ ਰੋਨੇ ਉਹਨੂੰ। ਕਿਉਂ ਇੰਨਾ ਅੜੀਅਲ ਰਵਈਆ ਮੋਦੀ ਸਾਹਿਬ ਅਪਣਾਈ ਜਾਂਦੇ ਨੇ? ਵਿਚਾਰੇ ਕਿਸਾਨਾਂ ਦਾ ਦੁੱਖ ਕਿਉਂ ਨਹੀਂ ਦਿਖ ਰਿਹਾ? ਹੋਰ ਬਈ ਐਂ ਕਹਿੰਦੇ ਆ, ਅਸੀਂ ਤਾਂ ਵੀ ਸਾਡਾ ਹੱਕ ਸਾਨੂੰ ਦੇ। ਬਿਲਕੁਲ ਜਿਹੜੀਆਂ ਮਾਤਾਵਾਂ ਨੇ ਉਹ ਵੀ ਇੱਥੇ ਪਹੁੰਚੀਆਂ ਨੇ। ਉਹਨਾਂ ਦਾ ਕਹਿਣਾ ਹੈਗਾ ਕਿ ਅੜੀਅਲ ਰਵਈਆ ਛੱਡਣਾ ਚਾਹੀਦਾ ਮੋਦੀ ਸਰਕਾਰ ਨੂੰ। ਕਿਸਾਨਾਂ ਦੇ ਹੱਕ ਕਿਸਾਨਾਂ ਨੂੰ ਦੇਣੇ ਚਾਹੀਦੇ ਨੇ। ਇਹ ਕਿਸਾਨ ਉਹ ਨੇ ਜਿਹੜੇ ਜਿਨ੍ਹਾਂ ਨੂੰ 40 ਦਿਨ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਆਪਣਾ ਘਰ-ਬਾਰ ਛੱਡ ਕੇ ਬਾਰਡਰਾਂ ਤੇ ਬੈਠੇ ਹੋਏ ਨੇ। ਆਪਣਾ ਘਰ-ਬਾਰ ਛੱਡ ਕੇ, ਆਪਣੇ ਬੱਚੇ ਛੱਡ ਕੇ, ਆਪਣਾ ਪਰਿਵਾਰ ਛੱਡ ਕੇ ਬੈਠੇ ਹੋਏ ਨੇ। ਮੰਗ ਇੱਕੋ ਹੈ ਕਿ ਜਿਹੜੇ ਕਾਲੇ ਕਾਨੂੰਨ ਨੇ ਇਹ ਛੇਤੀ ਤੋਂ ਛੇਤੀ ਵਾਪਸ ਕੀਤੇ ਜਾਣ, ਕਿਉਂਕਿ ਜਿਹੜੇ ਕਾਲੇ ਕਾਨੂੰਨ ਹੈ ਉਸ ਦੇ ਵਿੱਚ ਕਿਸਾਨ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਜੇਕਰ ਇਹ ਪਾਸ ਹੁੰਦੇ ਨੇ ਤਾਂ ਕਿਸਾਨੀ ਜਿਹੜੀ ਹੈ ਪ੍ਰਭਾਵਿਤ ਹੋਊਗੀ, ਕਿਸਾਨੀ ਨੂੰ ਫਰਕ ਪਊਗਾ, ਕਿਸਾਨੀ ਤਬਾਹ ਹੋ ਜੂਗੀ। ਤੇ ਅਸੀਂ ਪੱਕੇ ਮੋਰਚੇ ਤੇ ਬੈਠੇ ਹਾਂ। ਜਦੋਂ ਤੱਕ ਕੇਂਦਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਅਸੀਂ ਇੱਥੇ ਡਟੇ ਰਵਾਂਗੇ। ਤੇ ਜਿਹੜੇ ਇਹ ਕਾਲੇ ਕਾਨੂੰਨ ਨੇ ਇਸ ਨੂੰ ਰੱਦ ਕਰਾ ਕੇ ਹੀ ਆਪਣੇ ਆਪਣੇ ਘਰਾਂ ਦੇ ਵਿੱਚ ਵਾਪਸ ਜਾਵਾਂਗੇ। ਕੈਮਰਾ ਪਰਸਨ ਡਿੰਪਲ ਦੇ ਨਾਲ ਅਮਨਦੀਪ ਸਿੰਘ, ਅਜੀਤ ਵੈਬ ਟੀਵੀ, ਟਿੱਕਰੀ ਬਾਰਡਰ, ਦਿੱਲੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ। ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।